परम सत्कारयोग गुरु रूप गुरु प्यारी साध संगत जियो। आप उतन भागी हो जो माई भाई नेड़ों दूरों चल करके गुरु दरबार दियाँ हाजरियां भर के गुरु पातशाह जी महाराज जी दियाँ खुशियां प्राप्त कर रहे हो। सतगुरु पातशाह महाराज जी दे मोलक वचन पावन पवित्र हुक्मनामा सोरठ राग दे विच श्रोमणी भगत कबीर जी ये पावन पवित्र हुक्मनामा बख्शिश करते हैं। सतगुरु महाराज कृपा करन आपां थोड़ी जी विचार सरवण करिए। जो भगत जी सानू उपदेश बख्शिश करते हैं। सतगुरु महाराज जी कह रहे हैं, राग सोरठ बाणी भगत कबीर जी की घर पहला एक ओंकार सतगुर प्रसाद। सोरठ राग दे विच भगत कबीर जी घर पहले दे विच इको वाहिगुरु परमेश्वर परमात्मा जी दा एक ही पसारा है। एके तो सारी प्रकृति बनी है। क्योंकि कईयां ने इत्थे आके किसे नूं ब्रह्मा नूं उत्पत्ति मन्निया है। आदि पर गुरु पातशाह महाराज जी ने एका ला के ये वर्णन कर दिता कि वो परिपूर्ण परमेश्वर एक है। एक ओंकार अकारा उसका सारा पसारा है। सत सदीवी सत्यावान सदा रहन वाला गुर हनेरे नूं दूर करके रूह दा प्रकाश करन वाला प्रसाद कृपा रहमत बख्शिश करन वाला। अगे भगत जी वर्णन करते हैं, क्या पढ़िए क्या गुनीए। भगत जी जो सानू उपदेश दिंदे ने इहदा ये मकसद नहीं है कि विद्या पढ़नी नहीं चाहिदी, विद्या विचारनी नहीं चाहिदी। विद्या पढ़नी भी चाहिदी है, विद्या विचारनी भी चाहिदी है। क्योंकि विद्या पढ़न तो बिना जीव नूं ज्ञान नहीं हुंदा ते ज्ञान तो बिना परमेश्वर दे पांधी नहीं बनिया जांदा। एक विद्या है जीव पढ़ के हंकार करदा है, बुरे पासे तोर लैंदा है। एक विद्या है जो ब्रह्म विच लीन होण दा रस्ता दसदी है। सो इस करके सतगुरु महाराज जी कहंदे ने, जिहड़ी विद्या तैनूं बुरे पासे तोरदी है वो विद्या नालों तां तूं अणपढ़ चंगा सी। क्योंकि विद्या पढ़न दे नाल ब्रह्म दी ज्ञान होना जरूरी है। ब्रह्म दा ज्ञान होना है तां विद्या पढ़न नाल। भगत जी जिस तरह सानू उपदेश बख्शदे ने कि पंडित जी भगत जी नूं सवाल करदे कहंदे ने, भगत जी तुसीं विद्या पढ़िया करो क्योंकि विद्या पढ़न दे नाल तुहानूं ज्ञान होवेगा। तुसीं केवल नाम ही जपदे हो। नाम भी श्रेष्ठ है। ਜਿਹੜੇ ਗੁਰਮੁਖ ਜਨ ਸੱਚੇ ਦਿਲੋਂ ਭਰੀਪੂਰਨ ਪਰਮੇਸ਼ਰ ਦੇ ਨਾਲ ਨਾਮ ਜਪ ਕੇ ਹੀ ਉਸ ਵਾਹਿਗੁਰੂ ਨੂੰ ਪਾਇਆ ਜਾਂਦਾ ਹੈ। ਪਰ ਸਤਿਗੁਰਾਂ ਦਾ ਫਰਮਾਨ ਹੈ, ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਹੰਕਾਰਾ। ਜਿਹਦੇ ਅੰਦਰ ਹੰਕਾਰ ਆ ਗਿਆ, ਮੈਂ ਬੜਾ ਪੜ੍ਹਿਆ ਲਿਖਿਆ ਹਾਂ, ਮੈਨੂੰ ਬੜਾ ਗਿਆਨ ਹੈ,
ਤੇ ਗੁਰਮੁਖ ਪਿਆਰਿਓ ਸਮਝੋ ਅਨਪੜ੍ਹ ਦੀ ਕੈਟਾਗਰੀ 'ਚ ਆ ਜਾਂਦਾ, ਹੰਕਾਰ ਹੋ ਜਾਂਦਾ ਹੈ। ਕਿਉਂਕਿ ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਸਤਿਗੁਰੂ ਜੀ ਕਹਿੰਦੇ। ਜੇ ਵਿਦਿਆ ਦੀ ਵਿਚਾਰ ਕਰੀਏ, ਵਿਦਿਆ ਪੜ੍ਹੀਏ, ਵਿਦਿਆ ਪੜ੍ਹ ਕੇ ਪਰਉਪਕਾਰ ਕਰਨਾ ਸਿੱਖੀਏ, ਜੀਵਾਂ ਦਾ ਭਲਾ ਕਰਨਾ ਸਿੱਖੀਏ, ਆਪਣਾ ਭਲਾ ਕਰਨਾ ਸਿੱਖੀਏ, ਤਦੇ ਹੀ ਵਿਦਿਆ ਪੜ੍ਹੀ ਦਾ ਫਾਇਦਾ ਹੈ। ਤੇ ਗੁਰਮੁਖ ਪਿਆਰਿਓ ਆਪਣਾ ਵੀ ਨਹੀਂ ਸਵਾਰਿਆ, ਵਿਦਿਆ ਪੜ੍ਹ ਲਈ ਪਰ ਪੜ੍ਹੀ ਵਿਕਾਰਾਂ ਵਾਸਤੇ। ਤੇ ਵਿਦਿਆ ਪੜ੍ਹ ਕੇ ਗੁਰਮੁਖ ਪਿਆਰਿਓ ਗਲਤ ਵਾਲੇ ਪਾਸੇ ਇਸਤੇਮਾਲ ਕਰਨ ਲਈ ਕਈ ਜਹਾਜ਼ ਗਵਾਹ ਕਰ ਲੈਂਦੇ ਨੇ, ਪਰ ਜਿਹੜਾ ਜਹਾਜ਼ ਗਵਾਹ ਕਰਨਾ ਹੈ, ਚਲਾਉਣਾ ਹੈ, ਉਹ ਵਿਦਿਆ ਪੜ੍ਹਨ ਤੋਂ ਬਿਨਾਂ ਥੋੜ੍ਹੀ ਪਤਾ ਲੱਗਦਾ ਉਸ ਦਾ। ਕਿੱਥੇ ਇਹਦੇ ਗੇਅਰ ਪੈਂਦੇ ਨੇ, ਕਿੱਥੇ ਇਹਨੂੰ ਬ੍ਰੇਕ ਲੱਗਦੀ ਹੈ, ਅਸਮਾਨ 'ਚ ਰੋਕਣਾ ਕਿਵੇਂ ਰੁਕੇਗਾ, ਅਸਮਾਨ 'ਚ ਹੌਲੀ ਕਰਨਾ ਕਿਵੇਂ ਹੋਵੇਗਾ, ਇਹ ਸਾਰਾ ਪੜ੍ਹਿਆ ਲਿਖਿਆ ਹੈ। ਜਿਵੇਂ ਬਰੂਦ ਬਣਦਾ, ਅਸਲਾ ਬਣਦਾ, ਉਹ ਵੀ ਗਿਆਨ ਹੈ, ਉਹ ਵੀ ਪੜ੍ਹਨ ਲਿਖਣ ਵਾਲੇ ਨੂੰ ਹੀ ਆਉਣਾ ਹੈ। ਪਰ ਉਹ ਬੁਰੇ ਪਾਸੇ ਚੱਲ ਪਿਆ ਅਸਮਾਨ, ਤਦੇ ਪਾਤਸ਼ਾਹ ਕਹਿੰਦੇ ਨੇ ਪੜ੍ਹਿਆ ਮੂਰਖ ਆਖੀਐ। ਉਹ ਮੂਰਖ ਪੜ੍ਹਿਆ ਲਿਖਿਆ ਵੀ ਮੂਰਖ ਹੈ, ਕਿਉਂਕਿ ਜੇ ਇਸਤੇਮਾਲ ਵਿਦਿਆ ਨੂੰ ਗਲਤ ਪਾਸੇ ਕਰਦਾ। ਅਗਲੇ ਪਿਛਲੇ ਸਮਿਆਂ ਵਿੱਚ ਪੰਡਤ ਵਿਦਿਆ ਪੜ੍ਹ ਕੇ ਆਪਣੇ ਰੁਜ਼ਗਾਰ ਵਾਸਤੇ ਵਰਤਦੇ ਸੀ, ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਦੇਣਾ, ਪਖੰਡ ਵਿੱਚ ਪਾ ਦੇਣਾ ਸੇ ਉਹਨਾਂ ਦਾ ਕਿੱਤਾ ਸੀ। ਕਿਉਂਕਿ ਵਿਦਿਆ ਉਹਨਾਂ ਦੇ ਕੋਲ ਸੀ, ਆਮ ਨੂੰ ਵਿਦਿਆ ਪੜ੍ਹਨ ਨਹੀਂ ਸੀ ਦਿੱਤੀ ਜਾਂਦੀ। ਪਰ ਪੰਡਤ ਜੀ ਕਬੀਰ ਜੀ ਨੂੰ ਕਹਿੰਦੇ, ਮਹਾਰਾਜ ਤੁਸੀਂ ਵਿਦਿਆ ਪੜ੍ਹਨੀ ਸੀ, ਤੁਹਾਨੂੰ ਨਹੀਂ ਪਤਾ ਹੈ ਵੇਦ ਗ੍ਰੰਥ ਕੀ ਕਹਿੰਦੇ ਹਨ। ਇਸ ਕਰਕੇ ਤੁਹਾਡੀ ਜਿਹੜੀ ਵਿਦਿਆ, ਜਿਹੜਾ ਤੁਸੀਂ ਨਾਮ ਜਪਦੇ ਹੋ, ਤੁਹਾਡੇ ਜਿਹੜੇ ਬੋਲ ਨੇ ਉਹ ਪ੍ਰਮਾਣਿਤ ਨਹੀਂ ਹੁੰਦੇ। ਤਾਂ ਭਗਤ ਜੀ ਨੇ ਉੱਤਰ ਦੇਣਾ ਕੀਤਾ, ਕਿਆ ਪੜ੍ਹੀਏ ਕਿਆ ਗੁਣੀਏ, ਹੇ ਭਾਈ ਕੀ ਪੜ੍ਹੀਏ ਕੀ ਗੁਣੀਏ ਵਿਚਾਰੀਏ। ਕਿਆ ਵੇਦ ਪੁਰਾਨਾ ਸੁਣੀਏ, ਕਿਵੇਂ ਵੇਦਾਂ ਨੂੰ ਸੁਣਨਾ ਕਰੀਏ ਤੇ ਕਿਵੇਂ ਉਹਨਾਂ ਨੂੰ ਵਿਚਾਰਨਾ ਕਰੀਏ। ਕਿਉਂਕਿ ਸਾਡੇ ਕੋਲ ਤਾਂ ਸਮਾਂ ਹੀ ਨਹੀਂ ਹੈ, ਕਿਆ ਵੇਦ ਪੁਰਾਨਾ ਸੁਣੀਏ। ਕੀ ਹੋਵੇਗਾ ਵਿਦਿਆ ਪੜ੍ਹਨ ਨਾਲ, ਕੀ ਹੋਵੇਗਾ ਵਿਦਿਆ ਸੁਣਨ ਨਾਲ। ਕਿਉਂਕਿ ਸੁਣਦੇ ਤਾਂ ਆਪਾਂ ਵੀ ਰੋਜ਼ ਹੀ ਆ, ਗੁਰੂ ਦੀ ਗੱਲ ਬਾਣੀ ਰੋਜ਼ ਸੁਣਦੇ ਆ। ਕਿੰਨੇ ਸਾਲ ਹੋ ਗਏ ਸੁਣਦਿਆਂ ਨੂੰ, ਕਿੰਨੇ ਹੀ ਸਾਲ ਹੋ ਗਏ ਕਥਾ ਕੀਰਤਨ ਸੁਣਦਿਆਂ ਨੂੰ। ਸੁਣਦੇ ਆ ਨਾ ਆਪਾਂ ਸਾਰੇ। ਇੱਕ ਪਾਸੇ ਗੁਰਦੇਵ ਕਹਿੰਦੇ ਨੇ, ਸੁਣਿਐ ਸਿੱਧ ਪੀਰ ਸੁਰਨਾਥ। ਸਤਿਗੁਰਾਂ ਦੇ ਬਚਨ ਨੇ, ਬਾਣੀ ਸੁਣਨ ਦੇ ਨਾਲ ਸਿੱਧੀ ਪ੍ਰਾਪਤ ਹੁੰਦੀ ਹੈ, ਸਿੱਧ ਵੀ ਬਣਿਆ ਜਾਂਦਾ ਹੈ। ਪਰ ਆਪਾਂ ਸੁਣਦੇ ਜ਼ਰੂਰ ਹਾਂ, ਅਮਲ ਨਹੀਂ ਹੈ, ਅਭਿਆਸ ਨਹੀਂ ਹੈ। ਕਿੰਨੇ ਜਣੇ ਆ ਜਿਹੜਾ ਮੂਲ ਮੰਤਰ ਦਾ ਅਭਿਆਸ ਕਰਦੇ ਆ, ਗੁਰ ਮੰਤਰ ਦਾ ਅਭਿਆਸ ਕਰਦੇ ਆ। ਕਿੰਨੇ ਜਣੇ ਆਪਾਂ ਨਿੰਦਿਆ ਚੁਗਲੀ ਛੱਡ ਦਿੱਤੀ, ਕਿੰਨੇ ਜਣੇ ਆ ਜਿਹੜਾ ਝਗੜਾ ਛੱਡ ਦਿੱਤਾ, ਨਿਰਮਾਣਤਾ ਧਾਰਨ ਕਰ ਲਈ। ਕਿੰਨੇ ਕੁ ਜਣੇ ਆ ਵੀ ਸੇਵਾ ਕਰਦੇ ਆ। ਸਾਡੇ ਅੰਦਰ ਝਾਤੀ ਮਾਰੀਏ ਤਾਂ ਆਪਾਂ ਛੱਡਿਆ ਕੁਛ ਨਹੀਂ, ਉੱਥੇ ਹੀ ਖੜੇ ਹਾਂ। ਬੋਲੋ ਸਤਨਾਮ ਸ੍ਰੀ। ਇਹ ਫਰਕ ਹੈ, ਕਿਉਂਕਿ ਸੁਣਨ ਦੇ ਨਾਲ ਅਸੀਂ ਅਗਾਂਹ ਤੁਰਨਾ ਸੀ। ਅਸੀਂ ਸੁਣ ਤਾਂ ਲਿਆ, ਗੁਰੂ ਦੀ ਗੱਲ ਸੁਣ ਤਾਂ ਲਈ, ਪਰ ਉੱਥੇ ਹੀ ਛੱਡ ਦਿੱਤੀ, ਅਗਾਂਹ ਨਹੀਂ ਤੁਰੇ। ਤੇ ਗੁਰਮੁਖ ਪਿਆਰਿਓ, ਜਿੰਨਾ ਚਿਰ ਆਪਾਂ ਅਗਾਂਹ ਨਹੀਂ ਤੁਰਦੇ, ਅੱਗੇ ਨੂੰ ਨਹੀਂ ਤੁਰਦੇ, ਮਨ ਨੀਵਾਂ ਨਹੀਂ ਬਣਾਉਂਦੇ, ਮੱਤ ਉੱਚੀ ਨਹੀਂ ਬਣਾਉਂਦੇ। ਵਿਦਿਆ ਸੁਣ ਲਈ, ਵਿਦਿਆ ਪੜ੍ਹ ਲਈ, ਵਿਦਿਆ ਵਿਚਾਰ ਲਈ, ਪਰ ਆਪਾਂ ਨੂੰ ਅਗਾਂਹ ਨੂੰ ਤੁਰਨਾ ਪੈਣਾ ਹੈ।
ਸੁਣਦੇ ਤਾਂ ਆਪਾਂ ਬੜੇ ਸਾਲਾਂ ਤੋਂ ਆ ਰਹੇ ਹਾਂ, ਪਰ ਇੱਕ ਕੰਨ ਵਿੱਚ ਪਾਉਂਦੇ ਹਾਂ, ਦੂਸਰੇ 'ਚ ਕੱਢ ਦਿੰਦੇ ਹਾਂ, ਉੱਥੇ ਹੀ ਝਾੜ ਦਿੰਦੇ ਹਾਂ। ਮਨ ਸਾਡਾ ਉੱਥੇ ਹੀ ਖੜਾ ਹੈ, ਦਿਮਾਗ ਸਾਡਾ ਉੱਥੇ ਹੀ ਖੜਾ ਹੈ, ਸ਼ਰਧਾ ਸਾਡੀ ਉੱਥੇ ਹੀ ਖੜੀ ਹੈ। ਕੋਈ ਬਿਰਲਾ ਹੀ ਹੁੰਦਾ ਜਿਹੜਾ ਅਗਾਂਹ ਵੱਧਦਾ ਹੈ। ਕਿੰਨੇ ਕੁ ਮੂਲ ਮੰਤਰ ਕਰਦੇ ਹਾਂ, ਕਿੰਨਾ ਕੁ ਗੁਰ ਮੰਤਰ ਕਰਦੇ ਹਾਂ, ਕਿਉਂਕਿ ਮੂਲ ਮੰਤਰ ਬਾਣੀ ਸਾਰੀ ਦਾ ਅਸਾਰ ਹੈ, ਤੱਤ ਹੈ। ਮੂਲ ਮੰਤਰ ਪਹਿਲਾਂ ਅਭਿਆਸੀ ਗੁਰਸਿੱਖ ਰੱਬ ਦੇ ਪਿਆਰੇ ਜ਼ਿਆਦਾ ਅਭਿਆਸ ਮੂਲ ਮੰਤਰ ਦਾ ਕਰਦੇ, ਬਾਅਦ ਵਿੱਚ ਬਾਣੀ ਪੜ੍ਹਦੇ। ਗੁਰ ਮੰਤਰ ਦਾ ਅਭਿਆਸ ਕਰਦੇ ਰਹਿੰਦੇ, ਵਾਹਿਗੁਰੂ ਵਾਹਿਗੁਰੂ ਚੱਲਦਾ ਹੀ ਰਹਿੰਦਾ, ਮੂਲ ਮੰਤਰ ਕਰਦੇ ਹੀ ਰਹਿੰਦੇ। ਜਦੋਂ ਵੀ ਬੈਠਣਾ ਤਾਂ ਮਨ ਬਿਰਤੀ ਨਿਰੰਕਾਰ ਨਾਲ, ਬਾਣੀ ਨਾਲ, ਨਾਮ ਨਾਲ ਜੋੜਨੀ। ਜਿੱਥੇ 5 ਬਾਣੀਆਂ ਕਰਦੇ, ਸੁਖਮਨੀ ਸਾਹਿਬ ਕਰਦੇ, ਆਸਾ ਦੀ ਵਾਰ ਕਰਦੇ, ਉੱਥੇ ਉੱਠਦੇ ਵੀ ਵਾਹੋ ਵਾਹੋ ਕਰੇਨ। ਉੱਠਣ ਦੇ ਸਮੇਂ ਵਾਹਿਗੁਰੂ ਸ਼ੁਰੂ ਕਰ ਦਿੰਦੇ। ਤੇ ਗੁਰਮੁਖ ਪਿਆਰਿਓ, ਤਦੇ ਗੁਰਦੇਵ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਉੱਠਣ ਨਾਲ ਹੀ ਵਾਹਿਗੁਰੂ ਸ਼ੁਰੂ ਹੋਣਾ ਚਾਹੀਦਾ ਹੈ। ਭਲ ਕੇ ਉੱਠ ਹਰ ਨਾਮ ਧਿਆਵੈ, ਉਦਮ ਕਰੈ ਭਲ ਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰਨਾਵੈ। ਪੜ੍ਹਦੇ ਆ, ਸਾਰਿਆਂ ਨੇ ਸੁਣਿਆ ਹੋਣਾ, ਸਤਿਗੁਰਾਂ ਦੇ ਵਾਕ ਨੇ। ਪਰ ਆਪਾਂ ਅਗਾਂਹ ਨਹੀਂ ਵਧੇ, ਉੱਥੇ ਹੀ ਖੜੇ ਹਾਂ। ਅਭਿਆਸ ਸ਼ੁਰੂ ਹੀ ਨਹੀਂ ਕਰਿਆ, ਪਹਿਲੀ ਪੌੜੀ ਤੇ ਹੀ ਖੜੇ ਹਾਂ। ਪਹਿਲੀ ਕਲਾਸ ਵਿੱਚ ਬੱਚਾ ਸਾਰੀ ਜ਼ਿੰਦਗੀ ਖੜਾ ਰਵੇ, ਦਾੜੀ ਵੀ ਚਿੱਟੀ ਹੋ ਜਾਵੇ, ਬੁੜਾ ਵੀ ਹੋ ਜਾਵੇ, ਪਰ ਜੇ ਉਹਨੂੰ ਪੁੱਛੇ ਵੀ ਸਕੂਲ ਜਾਣਾ, ਜਾ ਰਿਹਾ ਜੀ, ਕਿੱਥੇ ਖੜਾ ਹੈ ਜੀ, ਅਜੇ ਕਾਇਦੇ 'ਤੇ ਹੀ ਖੜਾ, ਫਿਰ ਗੱਲ ਬਣਦੀ ਹੈ। ਉਹ ਤੇਰੀ ਉਮਰ ਲੰਘ ਗਈ, ਤੂੰ ਜੇ ਕਾਇਦੇ 'ਤੇ ਖੜੇ ਹੋ। ਹਾਲਾਤ ਸਾਡੇ ਨੇ, ਅਸੀਂ ਅਜੇ ਕਾਇਦੇ 'ਤੇ ਖੜੇ ਹਾਂ। ਇਸ ਕਰਕੇ ਸਾਨੂੰ ਗਿਆਨ ਹੋਣਾ ਜ਼ਰੂਰੀ ਹੈ, ਅਗਾਂਹ ਵਧਣਾ। ਬਾਣੀ ਦਾ ਉਪਦੇਸ਼ ਕੀ ਹੈ, ਗੁਰੂ ਦਾ ਨਾਮ ਦਾ ਉਪਦੇਸ਼ ਕੀ ਹੈ, ਕਿਆ ਪੜ੍ਹੀ ਹੈ ਇਹ ਭਾਈ, ਕੀ ਪੜ੍ਹੇ ਹੈ ਤੂੰ, ਕਿਆ ਗੁਣੀ ਹੈ, ਕਿਆ ਵਿਚਾਰਨਾ ਕੀਤਾ, ਕਿਆ ਵੇਦ ਪੁਰਾਨਾ ਸੁਣੀਏ, ਕੀ ਵੇਦਾਂ ਦੀ ਗੱਲ ਮੰਨ ਲਈ ਤੂੰ, ਸੁਣ ਲਈ, ਪਰ ਜਿਨ੍ਹਾਂ ਨੇ ਸੁਣ ਲਈ ਨਾ, ਮੰਨ ਲਈ। ਮੁਸਲਮਾਨੀ ਮੱਤਾਂ ਦੇ ਵਿੱਚ ਇੱਕ ਉਹਨਾਂ ਦੀਆਂ ਕਿਤਾਬਾਂ 'ਚ ਇੱਕ ਰਹਿਬਾ ਨਾਮ ਦੀ ਲੜਕੀ, ਜਿਹਦੇ ਮਾਂ-ਬਾਪ ਗੁਜ਼ਰ ਗਏ, ਪਰ ਉਹ ਵੇਚੀ ਗਈ ਵੇਸਵਾ ਦੇ ਦੁਆਰੇ। ਪਰ ਉਹ ਬਚਪਨ ਤੋਂ ਹੀ ਉਸ ਖੁਦਾ ਨੂੰ, ਵਾਹਿਗੁਰੂ ਨੂੰ, ਅੱਲਾ ਨੂੰ ਯਾਦ ਕਰਨ ਲੱਗ ਗਈ। ਤੇ ਜਦੋਂ ਬਚਪਨ ਤੋਂ ਹੀ ਯਾਦ ਕਰ ਰਹੀ ਹੈ, ਸੋ ਸਮਾਂ ਤਾਂ ਨਹੀਂ, ਉਸ ਨਿਰੰਕਾਰ ਨਾਲ ਸੱਚੀ ਪ੍ਰੀਤ ਪੈ ਗਈ, ਜਵਾਨ ਹੋ ਗਈ। ਹੁਣ ਬੇਸਵਾ ਦੇ ਦੁਆਰੇ ਸੀ, ਬੁਰੇ ਕਰਮ ਵੱਲ ਜਦੋਂ ਨੂੰ ਕਰਨਾ ਚਾਹਿਆ, ਪਰ ਪਰਮੇਸ਼ਰ ਪਰਮਾਤਮਾ ਦੀ ਨੇਕ, ਉਸ ਵਾਹਿਗੁਰੂ ਦੀ ਨੇਕ, ਉਹਦੀ ਸਹਾਇਤਾ ਹੋਈ। ਸੋ ਸਾਧ ਸੰਗਤ, ਜਿਸ ਨੂੰ ਉਹ ਵੇਚੀ ਗਈ, ਉਸਨੇ ਹੱਥ ਬੰਨ੍ਹ ਕੇ ਕਹਿਣਾ ਕੀਤਾ, ਹੇ ਰਹਿਮਾ ਤੂੰ ਮੰਗ ਕੀ ਚਾਹੁੰਦੀ ਹੈ? ਕਹਿੰਦੀ ਜੀ ਮੈਂ ਮੱਕੇ ਜਾਣਾ ਚਾਹੁੰਦੀ ਹਾਂ। ਤੇ ਮੱਕੇ ਨੂੰ ਚਾਲੇ ਪਾ ਦਿੱਤੇ, ਖੁੱਲਾ ਰਸਤਾ ਕਰ ਦਿੱਤਾ ਕਿ ਜਾਓ। ਕਹਿੰਦੇ ਥੱਕ ਗਈ, ਹਾਰ ਗਈ, ਇੱਕ ਖੂਹ ਸੀ, ਉਹਦੇ ਨਾਲ ਆਸਰਾ ਲਾ ਕੇ ਬੈਠ ਗਈ। ਹੁਣ ਖੁਦਾ ਖੁਦਾ ਜਪਦੀ ਹੈ, ਬੈਠੀ ਹੈ। ਇਤਨੇ ਨੂੰ ਛੋਟੇ ਛੋਟੇ ਕਤੂਰੇ ਆ ਗਏ, ਉਹਦੇ ਕੋਲ ਆ ਕੇ ਪਿਆਸ ਨਾਲ ਤੜਫ ਰਹੇ ਨੇ, ਰੋਣ ਲੱਗ ਗਏ। ਇਤਿਹਾਸ ਦੱਸਦਾ ਕਿ ਉਸਨੇ ਆਪਣੇ ਕੇਸਾਂ ਨੂੰ ਪੁੱਟ ਕੇ ਰੱਸੀ ਬਣਾ ਕੇ, ਚੁੰਨੀ ਬੰਨ੍ਹ ਕੇ, ਪਾਣੀ ਵਿੱਚ ਖੂਹ ਦੇ 'ਚ ਲਮਕਾ ਕੇ, ਉਹ ਪਾਣੀ ਨਾਲ ਭਿੱਜੀ ਹੋਈ ਚੁੰਨੀ ਕਤੂਰਿਆਂ ਦੇ ਫੜ ਫੜ ਕੇ ਮੂੰਹ ਦੇ ਵਿੱਚ ਨਿਚੋੜਦੀ ਹੈ। ਤੇ ਕਤੂਰਿਆਂ ਦੀ ਜਾਨ ਬਚ ਗਈ, ਰੋਂਦੇ ਸੀ, ਚੁੱਪ ਕਰ ਗਈ। ਉਹਦੀ ਇਹ ਦਇਆਵਾਨ ਦ੍ਰਿਸ਼ਟੀ ਦੇਖ ਕੇ ਕਹਿੰਦੇ 20 ਕੋਸ ਮੱਕਾ
ਕਹਿੰਦੇ 20 ਕੋਹ ਸੀ, ਪਰ ਰਹਿਬਾਂ ਦੇ ਕੋਲ ਚੱਲ ਕੇ ਆ ਗਿਆ। ਬੋਲੋ ਸਤਨਾਮ ਸ੍ਰੀ। ਇਹ ਇਕੱਲੀ ਰਹਿਬਾਂ ਦੀ ਕਹਾਣੀ ਨਹੀਂ, ਸਾਡੇ ਗੁਰਸਿੱਖਾਂ ਨੇ ਵੀ ਜਦੋਂ ਜੰਗਲਾਂ ਦੇ ਵਿੱਚ ਠੰਡਾ ਪਾਣੀ ਕਹਿੰਦੀ ਤਾਂ ਸਤਿਗੁਰਾਂ ਦੇ ਪੀਣ ਦਾ, ਸਤਿਗੁਰੂ ਆ ਕੇ ਪੀਣ ਫੇਰ ਪੀਏ। ਤੇ ਸਤਿਗੁਰੂ ਪਹੁੰਚੇ ਆ। ਇਤਿਹਾਸ ਬੜਾ ਲੰਮਾ ਹੈ, ਇਸ ਕਰਕੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਜੇ ਸਾਡੇ ਅੰਦਰ ਦਇਆ ਆ ਗਈ, ਰਹਿਮਤ ਆ ਗਈ, ਪਰ ਸੁਣੀ ਤਾਂ ਗਏ, ਛੱਡ ਦਿੱਤਾ ਉੱਥੇ ਫਿਰ ਕੁਝ ਨਹੀਂ ਫਾਇਦਾ। ਇਸ ਕਰਕੇ ਕਿਆ ਵੇਦ ਪੁਰਾਨਾ ਸੁਣੀਏ, ਪੜ੍ਹੇ ਸੁਨੇ ਕਿਆ ਹੋਈ। ਹੇ ਭਾਈ, ਪੜ੍ਹਨ ਨਾਲ ਕੀ ਹੋਣਾ ਤੇ ਸੁਣਨ ਨਾਲ ਵੀ ਕੀ ਹੋਣਾ, ਜਿੰਨਾ ਚਿਕਰ ਆਮਲ ਨਹੀਂ ਕਮਾਉਂਦੇ। ਭਗਤ ਜੀ ਕਹਿੰਦੇ ਜਿੰਨਾ ਚਿਕਰ ਅੰਦਰ ਅਮਲ ਨਹੀਂ ਨਾ ਕਮਾਇਆ ਗਿਆ, ਉਹਨਾਂ ਚਿਕਰ ਪੜ੍ਹਨ ਸੁਣਨ ਦਾ ਕੋਈ ਫਾਇਦਾ ਹੀ ਨਹੀਂ ਹੈ। ਪੜ੍ਹਨ ਸੁਣਨ ਦਾ ਫਾਇਦਾ ਹੀ ਤਦ ਹੈ ਜੇ ਅਗਾਂਹ ਵਧੇ ਹਾਂ, ਕੋਈ ਆਪਣੇ ਅੰਦਰ ਸ਼ਮਤਾ ਪੈਦਾ ਕੀਤੀ, ਵੈਰਾਗ ਪੈਦਾ ਕੀਤਾ, ਆਪਾਂ ਗੁਰੂ ਦੀ ਬਾਣੀ ਦੀ ਗੱਲ ਮੰਨੀ, ਫੇਰ ਫਾਇਦਾ ਹੈ। ਜੋ ਸਹਿਜ ਨਾ ਮਿਲਿਓ ਸੋਈ। ਸਤਿਗੁਰੂ ਜੀ ਕਹਿੰਦੇ ਭਗਤ ਜੀ ਕਿ ਸਹਿਜ ਅਵਸਥਾ ਤੈਨੂੰ ਪ੍ਰਾਪਤ ਨਹੀਂ ਹੋਈ। ਪੜ੍ਹੇ ਸੁਣੇ ਦਾ ਕੋਈ ਫਾਇਦਾ ਹੈ? ਪੜ੍ਹੇ ਸੁਨੇ ਕਿਆ ਹੋਈ। ਪੜ੍ਹਨ ਸੁਣਨ ਨਾਲ ਕੀ ਹੁੰਦਾ ਹੈ? ਜੋ ਸਹਿਜ ਨਾ ਮਿਲਿਓ ਸੋਈ। ਜਿੰਨਾ ਚਿਕਰ ਸਹਿਜ ਅਵਸਥਾ ਧਾਰਨ ਨਹੀਂ ਕੀਤੀ, ਉਹਨਾਂ ਚਿਕਰ ਨਿਰੰਕਾਰ ਨਹੀਂ ਮਿਲਦਾ, ਉਹਨਾਂ ਚਿਕਰ ਵਾਹਿਗੁਰੂ ਨਹੀਂ ਮਿਲਦਾ। ਬੱਚਾ ਛੋਟਾ ਜਿਹਾ ਨਾ, ਸਾਰੀ ਗੋਦ ਵਿੱਚ ਲੈਂਦੇ ਆ, ਸਾਰੀ ਪਿਆਰ ਕਰਦੇ ਆ, ਉਹ ਜਿਹੜਾ ਚੱਕਦਾ ਉਹਦੇ ਉੱਪਰ ਮਾਲ ਮੂਤਰ ਵੀ ਕਰ ਦਿੰਦਾ ਹੈ, ਪਰ ਫਿਰ ਵੀ ਉਹਨੂੰ ਪਿਆਰ ਕਰਦੇ ਹਾਂ। ਕਿਉਂ? ਕਿਉਂਕਿ ਉਹਦੇ ਵਿੱਚ ਸ਼ਮਸ਼ੀਲਤਾ ਹੈ, ਅਚੇਤ ਹੈ, ਸੰਸਾਰ ਦਾ ਚੇਤਾ ਨਹੀਂ ਹੈ, ਮੋਹ ਮਾਇਆ ਜਾਲ ਤੋਂ ਨਿਰਲੇਪ ਹੈ। ਤਦੇ ਬੱਚੇ ਨੂੰ ਕਹਿੰਦੇ ਆ ਭਗਵਾਨ ਦਾ ਰੂਪ, ਕਿ ਉਹਦੇ ਵਿੱਚ ਸੋਝੀ ਨਹੀਂ ਹੈ, ਗਿਆਨ ਨਹੀਂ ਹੈ, ਪਰ ਉਹਦੇ ਵਿੱਚ ਇੱਕ ਅਵਸਥਾ ਹੈ ਜਿਹਨੂੰ ਅਸੀਂ ਬ੍ਰਹਮ ਗਿਆਨ ਕਹਿੰਦੇ ਹਾਂ। ਬ੍ਰਹਮ ਗਿਆਨੀ ਦੀ ਅਵਸਥਾ, ਬ੍ਰਹਮ ਦੀ ਅਵਸਥਾ। ਉਹ ਹੈ ਚੇਤ, ਉਹਨੂੰ ਸੰਸਾਰ ਬਾਰੇ ਕੋਈ ਪਤਾ ਨਹੀਂ ਹੈ। ਸਾਰੇ ਚੱਕਦੇ ਹਾਂ, ਕੌਣ ਆਪਣਾ ਹੈ, ਕੌਣ ਦੁਸ਼ਮਣ ਹੈ, ਉਹਨੂੰ ਕੋਈ ਗਿਆਨ ਨਹੀਂ ਹੈ। ਕੀ ਸੰਸਾਰ ਹੈ, ਕੋਈ ਗਿਆਨ ਨਹੀਂ ਹੈ। ਪਰ ਉਸ ਨੂੰ ਅਸੀਂ ਕਹਿੰਦੇ ਹਾਂ ਬੱਚਾ ਭਗਵਾਨ ਹੈ, ਭਗਵਾਨ ਦਾ ਰੂਪ ਹੈ, ਬਹੁਤ ਅੱਛਾ ਹੈ, ਪਰ ਉਹਦੇ ਵਿੱਚ ਇੱਕ ਸ਼ਮਸ਼ੀਲਤਾ ਹੈ, ਵੈਰਾਗ ਹੈ, ਅੰਦਰ ਪ੍ਰੇਮ ਹੈ, ਪਰ ਸਿਰਫ ਉਹ ਸੰਸਾਰ ਰੂਪੀ ਚੋਂ ਅਚੇਤ ਹੈ। ਜਿਹੜੇ ਬ੍ਰਹਮ ਗਿਆਨੀ ਹੁੰਦੇ ਹਨ, ਰੱਬ ਦੇ ਪਿਆਰੇ ਹੁੰਦੇ ਹਨ, ਉਹ ਸੰਸਾਰ ਤੋਂ ਦੂਰ ਹੁੰਦੇ ਹਨ, ਬੱਚਿਆਂ ਵਰਗੀ ਉਹਨਾਂ ਦੀ ਦਸ਼ਾ ਹੁੰਦੀ ਹੈ। ਸੋ ਇਸ ਕਰਕੇ ਉਹਨਾਂ ਨੂੰ ਇਹ ਵਸਤੂਆਂ ਦੀ ਸੋਝੀ ਹੁੰਦੀ ਹੈ। ਇਸ ਕਰਕੇ ਉਹ ਨਿਰੰਕਾਰ ਨਾਲ ਹੀ ਗੱਲਾਂ ਕਰਦੇ ਨੇ, ਸਾਡੇ ਨਾਲ ਨਹੀਂ ਕਰਦੇ। ਫਿਰ ਅਸੀਂ ਉਹਨਾਂ ਨੂੰ ਖਿਤਾਬ ਕੀ ਦਿੰਦੇ ਆ? ਪਾਗਲ ਦਾ। ਕਿ ਇਹ ਤਾਂ ਪਾਗਲ ਹੈ, ਇਹ ਮੂਰਖ ਹੈ, ਇਹਨੂੰ ਤਾਂ ਸੋਝੀ ਨਹੀਂ ਹੈ, ਇਹਨੂੰ ਗਿਆਨ ਨਹੀਂ ਹੈ। ਫਿਰ ਅਸੀਂ ਲੋਕ ਉਸ ਨੂੰ ਖਿਤਾਬ ਪਾਗਲ ਦਾ ਦਿੰਦੇ ਆ, ਬੱਚੇ ਨੂੰ ਦਿੰਦੇ ਆ। ਕਦਾਚਿਤ ਨਹੀਂ ਕਹਿੰਦੇ ਆਪਾਂ ਬੱਚਾ ਪਾਗਲ ਹੈ, ਉੱਪਰ ਮਲ ਮੂਤਰ ਵੀ ਕਰ ਰਿਹਾ ਹੈ, ਆਪਾਂ ਉਹਨੂੰ ਇਹ ਚੀਜ਼ ਕਹਿੰਦੇ ਨਹੀਂ ਇਹ ਪਾਗਲ ਹੈ। ਪਰ ਰੱਬ ਦੇ ਪਿਆਰੇ ਜਦੋਂ ਉੱਚੀ ਅਵਸਥਾ ਵਿੱਚ ਪਹੁੰਚ ਜਾਂਦੇ ਆ ਤੇ ਬੱਚਿਆਂ ਵਾਲੀ ਦਸ਼ਾ ਬਣਾ ਲੈਂਦੇ ਆ। ਉਹਨਾਂ ਨੂੰ ਕਿਸੇ ਗੱਲ ਦਾ, ਸੰਸਾਰ ਦਾ ਖੇਪ ਨਹੀਂ ਰਹਿੰਦਾ, ਸੋਝੀ ਛੱਡ ਦਿੰਦੇ ਨੇ, ਸੰਸਾਰ ਦਾ ਮੋਹ ਮਾਇਆ ਦਾ ਜਾਲ ਤਿਆਗ ਦਿੰਦੇ ਹਨ। ਇਸ ਕਰਕੇ ਉਹ ਬ੍ਰਹਮ ਵਿੱਚ ਲੀਨ ਹੋ ਕੇ ਰਹਿੰਦੇ ਹਨ। ਜੋ ਸਹਿਜ ਨਾ ਮਿਲਿਓ ਸੋਈ। ਸਹਿਜ ਅਵਸਥਾ ਪ੍ਰਾਪਤ ਨਹੀਂ ਹੋਈ ਤੇ ਫਿਰ ਵੇਦ ਸੁਣਨ ਪੜ੍ਹਨ ਦਾ ਕੀ ਫਾਇਦਾ ਹੈ? ਹਰ ਨਾਮ ਨਾ ਜਪਸ ਗਵਾਰਾ। ਵੇਦਾਂ ਨੂੰ ਪੜ੍ਹ ਕੇ ਸੁਣ ਕੇ ਤੂੰ ਹੇ ਗਵਾਰ ਮੂਰਖ ਪੁਰਸ਼ ਹਰੀ ਵਾਹਿਗੁਰੂ ਦਾ ਨਾਮ ਤਾਂ ਜਪ ਨਹੀਂ ਰਿਹਾ। ਕਿਆ ਸੋਚੈ ਬਾਰੰਬਾਰਾ। ਕੀ ਬਾਰ-ਬਾਰ ਸੋਚਦਾ ਰਹਿਣਾ ਪੰਡਤ ਜੀ, ਕੀ ਬਾਰ-ਬਾਰ ਵਿਚਾਰ ਕਰਦਾ ਰਹਿਣਾ? ਵਿਦਿਆ ਪੜ੍ਹ ਕੇ
ਬਸ ਮਾਇਆ ਨੂੰ ਇਕੱਠਾ ਕਰਨ ਦਾ ਵਿਚਾਰ ਕਰ ਰਿਹਾ ਹੈ। ਰਹਾਉ ਵਿਸਰਾਮ ਦੇ ਕੇ ਸਮਝਾਉਂਦੇ ਨੇ ਭਗਤ ਜੀ। ਅੰਧਿਆਰੇ ਦੀਪਕ ਚਾਹੀਏ, ਕਹਿੰਦੇ ਅੰਧਿਆਰੇ ਕਮਰੇ ਦੇ ਵਿੱਚ ਇੱਕ ਦੀਪਕ ਚਾਹੀਦਾ ਹੈ। ਇੱਕ ਵਸਤ ਅਗੋਚਰ ਲਈਏ, ਕਿਉਂਕਿ ਕਮਰੇ ਵਿੱਚ ਵਸਤੂ ਪਈ ਹੈ ਤੇ ਉਹ ਵਸਤੂ ਨੂੰ ਲੱਭਣ ਵਾਸਤੇ ਦੀਵੇ ਦੀ ਲੋੜ ਹੈ। ਇਸੇ ਤਰ੍ਹਾਂ ਸਾਡੇ ਅੰਦਰ ਬ੍ਰਹਮ ਪਿਆ ਹੈ, ਪਰਮੇਸ਼ਰ ਹੈ, ਨਿਰੰਕਾਰ ਹੈ, ਤੇ ਉਸ ਵਾਹਿਗੁਰੂ ਨੂੰ ਲੱਭਣ ਵਾਸਤੇ, ਵੈਰਾਗ ਨੂੰ ਲੱਭਣ ਵਾਸਤੇ ਗਿਆਨ ਦੀ ਸੋਝੀ ਹੋਣੀ ਜ਼ਰੂਰੀ ਹੈ। ਨਾਮ ਸਿਮਰਨ ਦੀ ਲੋੜ ਹੈ। ਹੇ ਭਾਈ, ਜਿਵੇਂ ਉਹ ਅੰਧੇਰੇ ਵਿੱਚ ਵਸਤੂ ਪਈ ਹੈ, ਇੱਕ ਵਸਤ ਅਗੋਚਰ ਲਹੀ ਹੈ। ਹਨੇਰੇ ਵਿੱਚ ਵਸਤੂ ਪਈ ਹੈ, ਪਰ ਉੱਥੇ ਲੋੜ ਪਊਗੀ ਦੀਪਕ ਦੀ, ਕਿਉਂਕਿ ਚਾਨਣੇ ਤੋਂ ਬਿਨਾਂ ਤਾਂ ਦਿਖਣੀ ਨਹੀਂ ਨਾ ਹੈ। ਤੇ ਜੇ ਹਨੇਰੇ 'ਚ ਹੀ ਵੜ ਗਏ, ਧੁੱਸ ਦੇ ਕੇ, ਹੋ ਸਕਦਾ ਕੋਈ ਅੱਗੇ ਚੀਜ਼ ਹੋਵੇ, ਸਾਡੇ ਪੈਰ 'ਚ ਲੱਗੇ, ਅੱਖਾਂ 'ਚ ਲੱਗੇ, ਹੱਥ 'ਚ ਲੱਗੇ, ਨੱਕ ਮੂੰਹ ਤੇ ਲੱਗੇ। ਪਹਿਲਾਂ ਆਪਾਂ ਲਾਈਟ ਜਗਾਉਂਦੇ ਹਾਂ, ਫਿਰ ਦੇਖਦੇ ਹਾਂ ਚੀਜ਼ ਕਿੱਥੇ ਪਈ ਹੈ। ਇਸੇ ਤਰ੍ਹਾਂ ਸਾਡੇ ਅੰਦਰ ਵੀ ਅੰਧਕਾਰ ਦਾ ਹਨੇਰਾ ਹੈ। ਗੁਰੂ ਦਾ ਨਾਮ, ਗੁਰੂ ਦੀ ਬਾਣੀ ਦਾ ਚਾਨਣ ਕਰਨਾ ਪੈਣਾ, ਫਿਰ ਵੈਰਾਗ, ਵਿਵੇਕ, ਸਮਸ਼ੀਲਤਾ ਫਿਰ ਪਤਾ ਲੱਗਣੀ ਹੈ। ਦੇਖਣ ਨੂੰ ਤਾਂ ਸਾਰੀ ਸਿੱਖ ਬਣ ਜਾਵਾਂਗੇ, ਸਾਰੇ ਲਿਬਾਸ ਧਾਰਨ ਕਰ ਲਵਾਂਗੇ, ਪਰ ਰੋਸ਼ਨੀ ਤਾਂ ਅੰਦਰਲੀ ਜਗਾਉਣੀ ਹੈ ਨਾ। ਇਸ ਕਰਕੇ ਇੱਕ ਵਸਤ ਅਗੋਚਰ ਲਹੀਏ, ਵਸਤ ਅਗੋਚਰ ਪਾਈ। ਫਿਰ ਉਹ ਵਸਤੂ ਅਗੋਚਰ ਜਿਹੜੀ ਅੰਦਰ ਰੱਖੀ ਹੋਈ ਸੀ ਪ੍ਰਾਪਤ ਕਰ ਲਈ। ਕਿਵੇਂ? ਘਾਟ ਦੀਪਕ ਰਹਿਆ ਸਮਾਈ, ਦੀਪਕ ਨੂੰ ਜਗਾਉਣਾ ਪਿਆ। ਇਸੇ ਤਰ੍ਹਾਂ ਸਾਡੇ ਅੰਦਰ ਬ੍ਰਹਮ ਗਿਆਨ ਸਭ ਕੁਝ ਪਿਆ ਹੈ, ਪਰ ਜਦੋਂ ਅਸੀਂ ਗਿਆਨ ਦਾ ਦੀਪਕ ਜਗਾਇਆ, ਅੰਦਰ ਪ੍ਰਕਾਸ਼ ਕਰ ਲਿਆ, ਨਾਮ ਜਪ ਜਪ ਕੇ, ਸੇਵਾ ਸਿਮਰਨ ਕਰਕੇ, ਫਿਰ ਉਹ ਵਾਹਿਗੁਰੂ ਪ੍ਰਗਟ ਹੁੰਦਾ ਹੈ। ਧਰਤੀ ਦੇ ਥੱਲੇ ਪਾਣੀ ਹੈ, ਪਰ ਪਿਛਲੇ ਸਮਿਆਂ 'ਚ ਨਲਕੇ ਦੇ ਉੱਪਰੋਂ ਪਾ ਕੇ ਥੱਲੋਂ ਪ੍ਰਗਟ ਕਰਦੇ ਸੀ। ਬੋਰ ਦੇ ਉੱਪਰੋਂ ਪਾਉਣਾ ਪੈਂਦਾ ਸੀ, ਪੈਂਦਾ ਹੁਣ ਵੀ ਹੈ, ਪਰ ਤਰੀਕਾ ਬਦਲ ਗਿਆ। ਸੋ ਇਸੇ ਤਰ੍ਹਾਂ ਭਾਈ, ਜੇ ਮੁੱਖ ਦੁਆਰਾ ਨਾਮ ਜਪਾਂਗੇ, ਸਿਮਰਨ ਕਰਾਂਗੇ, ਬੰਦਗੀ ਕਰਾਂਗੇ, ਤਦੇ ਹੀ ਉਹ ਅੰਦਰਲਾ ਗਿਆਨ, ਅੰਦਰਲਾ ਵੈਰਾਗ, ਅੰਦਰਲਾ ਵਿਵੇਕ, ਅੰਦਰਲੀ ਸ਼ਰਧਾ ਫਿਰ ਪ੍ਰਗਟ ਹੋਵੇਗੀ। ਕਹਿ ਕਬੀਰ ਅਬ ਜਾਣਿਆ। ਪੰਡਤ ਜੀ ਕਹਿਣ ਲੱਗੇ, ਮਹਾਰਾਜ ਤੁਹਾਨੂੰ ਕੋਈ ਮੰਨਦੇ ਨਹੀਂ, ਤਾਂ ਤੁਹਾਡੀ ਕੋਈ ਗੱਲ ਸੁਣਦੇ ਆ। ਤਾਂ ਭਗਤ ਜੀ ਕਹਿੰਦੇ, ਬਸ ਮੇਰਾ ਜਿਹੜਾ ਮਨੀ ਰਾਮ ਹੈ ਨਾ, ਕਹਿ ਕਬੀਰ ਅਬ ਜਾਣਿਆ, ਹੁਣ ਮੈਂ ਵਾਹਿਗੁਰੂ ਨੂੰ ਜਾਣ ਲਿਆ ਹੈ, ਸੋਝੀ ਆ ਗਈ ਹੈ। ਜਬ ਜਾਣਿਆ ਤਉ ਮਨ ਮਾਨਿਆ, ਹੁਣ ਮੇਰਾ ਮਨੀ ਰਾਮ ਨਿਰੰਕਾਰ ਨਾਲ ਜੁੜ ਕੇ ਮੰਨ ਗਿਆ ਹੈ, ਉਸ ਵਾਹਿਗੁਰੂ ਦੇ ਵਿੱਚ ਸਮਾ ਗਿਆ ਹੈ। ਇਸ ਲਈ ਮੇਰਾ ਮਨੀ ਰਾਮ ਸ਼ੁੱਧ ਹੋ ਗਿਆ ਹੈ। ਮਨ ਮਾਨੇ ਲੋਕ ਨਾ ਪਤੀਜੈ, ਕਹਿੰਦੇ ਲੋਕ ਜੇ ਮਨ ਮੰਨ ਜੇ ਤਾਂ ਲੋਕ ਨਹੀਂ ਮੰਨਦੇ। ਕਹਿੰਦੇ ਆ ਨਾ, ਕਮਲਾ, ਪਾਗਲ, ਮੂਰਖ, ਧੱਕੇ ਮਾਰਦੇ ਆ, ਘਰੋਂ ਕੱਢ ਦਿੰਦੇ ਆ। ਪਰ ਗੁਰਦੇਵ ਪਾਤਸ਼ਾਹ ਕਹਿੰਦੇ, ਮਨ ਮਾਨੇ ਲੋਕ ਨਾ ਪਤੀਜੈ। ਕਹਿੰਦੇ ਜੇ ਲੋਕ ਨਹੀਂ ਮੰਨਦੇ, ਨਾ ਮੰਨਣ, ਮੈਨੂੰ ਕੋਈ ਪਰਵਾਹ ਨਹੀਂ ਹੈ, ਕਿਉਂਕਿ ਪਰਵਾਹ ਨਾਹੀਂ ਕਿਸੇ ਕੇਰੀ ਬਾਝ ਸੱਚੇ ਨਾਏ। ਰੱਬ ਦੇ ਪਿਆਰੇ ਪਰਵਾਹ ਹੀ ਨਹੀਂ ਕਰਦੇ ਕਿਸੇ ਦੀ। ਮਨ ਮਾਨੇ ਲੋਕ ਨਾ ਪਤੀਜੈ, ਨਾ ਪਤੀਜੈ ਤਉ ਕਿਆ ਕੀਜੈ। ਕਹਿੰਦੇ ਜੇ ਨਹੀਂ ਮੰਨਦੇ, ਨਾ ਮੰਨਣ, ਤਾਂ ਫਿਰ ਅਸੀਂ ਕੀ ਕਰੀਏ? ਕਥਾ ਸੁਣ ਲਈ, ਕਥਾ ਵਿਚਾਰ ਲਈ, ਕਥਾ ਪੜ੍ਹ ਲਈ, ਪਰ ਜੇ ਆਪਣੇ ਤੇ ਅਸਰ ਨਹੀਂ ਹੋਇਆ ਤਾਂ ਕਥਾ ਦਾ ਤਾਂ ਕੋਈ ਕਸੂਰ ਨਹੀਂ। ਪਰ ਉਹ ਤਾਂ ਸਾਡਾ ਹੀ ਹੈ ਨਾ, ਅਸੀਂ ਲਾਗੂ ਨਹੀਂ ਕੀਤੀ ਆਪਣੇ ਤੇ। ਸੁਣ ਤਾਂ ਲਈ, ਰਸ ਤਾਂ ਆਇਆ, ਪਰ ਅਮਲ ਨਹੀਂ ਕੀਤਾ। ਇਸ ਕਰਕੇ ਆਓ, ਅਮਲ ਜ਼ਰੂਰੀ ਹੈ। ਸਾਧ ਸੰਗਤ, ਜਿੰਨਾ ਚਿਕਰ ਆਪਾਂ ਅਮਲ ਨਹੀਂ ਕਮਾਉਂਦੇ, ਉਹਨਾਂ ਚਿਕਰ ਕੋਈ ਲਾਹਾ ਪ੍ਰਾਪਤ ਨਹੀਂ ਹੁੰਦਾ। ਸੋ ਆਓ, ਬੇਅੰਤ ਗਲਤੀਆਂ ਹੋ ਗਈਆਂ ਹੋਣਗੀਆਂ, ਸੰਗਤ ਤੇ ਗੁਰੂ ਮਹਾਰਾਜ ਜੀ ਬਖਸ਼ਣ ਯੋਗ ਨੇ।
ਸਤਿਗੁਰੂ ਜੀ ਸਮਤ ਬਖਸ਼ਣ। ਆਪਾਂ ਭਾਈ ਗੁਰਬਾਣੀ ਨਾਲ, ਗੁਰੂ ਨਾਲ ਤਨੋਂ ਮਨੋਂ ਜੁੜੀਏ। ਸਾਡੇ ਹਿਰਦੇ ਦੇ ਅੰਦਰੋਂ ਵਾਹਿਗੁਰੂ ਹੀ ਨਿਕਲੇ ਤਦ ਹੀ ਆਨੰਦ ਹੈ। ਆਪਾਂ ਜੁੜ ਕੇ ਲਾਹੇ ਪ੍ਰਾਪਤ ਕਰਨੇ ਹਨ। ਆਓ ਅਖੀਰਲੀ ਲਾਈਨ ਵਿੱਚ ਪੜ੍ਹ ਕੇ ਸਮਾਪਤੀ ਕਰੀਏ। ਕਹਿ ਕਬੀਰ ਅਬ ਜਾਣਿਆ, ਜਬ ਜਾਣਿਆ ਤਉ ਮਨ ਮਾਨਿਆ। ਮਨ ਮਾਨੇ ਲੋਗ ਨਾ ਪਤੀਜੈ, ਨਾ ਪਤੀਜੈ ਤਉ ਕਿਆ ਕੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।